ਜਸਵੀਰ ਸਿੰਘ ਗੜੀ ਜੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ, ਪ੍ਰਧਾਨ ਨੇ ਪੰਜਾਬ ਬਸਪਾ ਦੇ ਬਹੁਜਨ ਸਮਾਜ ਪਾਰਟੀ ਦੇ। ਗੜੀ ਸਾਹਿਬ ਸਵਾਗਤ ਹੈ। ਜੇ ਮੈਂ ਗਲਤ ਨਹੀਂ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਅਪੀਲ ਕੀਤੀ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਚੋਣਾਂ ਦੀ ਤਰੀਕ ਦੇ ਵਿੱਚ ਬਦਲਾਅ ਕੀਤਾ ਜਾਵੇ ਤੇ ਹੁਣ ਇਲੈਕਸ਼ਨ ਕਮਿਸ਼ਨ ਨੇ ਬਦਲਾਅ ਕਰ ਦਿੱਤਾ ਹੈ। ਕਿਵੇਂ ਦੇਖਦੇ ਹੋ ਫੈਸਲੇ ਨੂੰ, ਵੈਲਕਮ ਕਰਦੇ ਹੋ? ਅਸੀਂ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਔਰ ਸਮੁੱਚੀ ਬਹੁਜਨ ਸਮਾਜ ਪਾਰਟੀ ਵੱਲੋਂ, ਸਮੁੱਚੀ ਰਵਿਦਾਸੀਆ ਕੌਮ ਵੱਲੋਂ, ਸਮੁੱਚੀ ਸੰਤ ਸਮਾਜ ਵੱਲੋਂ ਜਿਹੜੇ ਰਵਿਦਾਸੀਆ ਕੌਮ ਨੂੰ ਮੰਨਦੇ ਆ, ਸਮੁੱਚੇ ਸਿੱਖ ਭਾਈਚਾਰੇ ਵੱਲੋਂ ਜਿਹੜੇ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਗੁਰੂ ਦਾਸ ਜੀ ਦੀ ਬਾਣੀ ਪੜ੍ਹਦੇ ਆ, ਉਹਨਾਂ ਸਮੁੱਚੇ ਵਰਗਾਂ ਵੱਲੋਂ ਅੱਜ ਚੋਣ ਕਮਿਸ਼ਨ ਦਾ ਅਸੀਂ ਸਵਾਗਤ ਕਰਦੇ ਹਾਂ ਔਰ ਧੰਨਵਾਦ ਕਰਦੇ ਫੈਸਲੇ। ਗੜੀ ਸਾਹਿਬ, ਆਮ ਤੌਰ ਤੇ ਪੋਲੀਟੀਕਲ ਆਗੂ ਇਹ ਵੀ ਕਹਿੰਦੇ ਹੁੰਦੇ ਨੇ, ਖਾਸ ਤੌਰ ਤੇ ਜਿਹੜੇ ਕੈਂਡੀਡੇਟ ਹੁੰਦੇ ਨੇ, ਕਿ ਜਿੰਨਾ ਘੱਟ ਸਮਾਂ ਮਿਲੇ ਅਸੀਂ ਪ੍ਰਚਾਰ ਕਰ ਲਿਆ, ਪਰ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਜਿੰਨਾ ਘੱਟ ਸਮਾਂ ਮਿਲੇ ਉਹ ਫਾਇਦੇ ਦਾ ਸੌਦਾ, ਤਾਂ ਕਿ ਸਭ ਕੁਝ ਜਲਦੀ ਪ੍ਰੋਸੈਸ ਹੋਵੇ। ਹੁਣ 5-6 ਦਿਨ ਵੱਧ ਗਏ, ਕਿਵੇਂ ਦੇਖਦੇ ਹੋ ਇਹ ਪੋਲੀਟੀਕਲ ਤੌਰ ਤੇ ਫਾਇਦੇਮੰਦ ਜਾਂ ਨੁਕਸਾਨਦਾਇਕ? ਦੇਖੋ, ਅਸੀਂ ਪਹਿਲੇ ਦਿਨ ਵੀ ਇਹ ਮੰਗ ਰੱਖੀ ਸੀ ਕਿ ਪੜਾਅ ਚਾਹੇ ਅੱਗੇ ਕਰ ਲਿਆ ਜਾਵੇ ਚਾਹੇ ਪਿੱਛੇ, ਬਹੁਜਨ ਸਮਾਜ ਪਾਰਟੀ ਦੀ ਪੂਰੀ ਤਿਆਰੀ ਆ ਔਰ ਜੇ ਅੱਗੇ ਕਰਾਂਗੇ ਤਾਂ ਵੀ ਸਾਡੀ ਤਿਆਰੀ ਆ, ਜੇ ਪਿੱਛੇ ਨੂੰ ਕੀਤਾ ਆ ਤਾਂ ਵੀ ਅਸੀਂ ਆਪਣੀ ਤਿਆਰੀ ਜਿਹੜੀ ਆ ਵੱਡੀ ਕਰਕੇ ਰੱਖੀ ਆ। ਤਾਂ ਤੁਸੀਂ ਵੈਲਕਮ ਕਰ ਰਹੇ ਹੋ? ਤੁਹਾਨੂੰ ਲੱਗਦਾ ਕਿ ਫਾਇਦੇਮੰਦ ਹੋ ਸਕਦਾ ਹੈ ਬੀਐਸਪੀ ਅਕਾਲੀ ਦਲ ਦੇ ਲਈ? ਦੇਖੋ, ਤਰੀਕ ਅੱਗੇ ਕਰਨਾ ਰਾਜਨੀਤਿਕ ਤੌਰ ਤੇ ਫਾਇਦੇਮੰਦ ਹੋਣਾ ਜਾਂ ਨਹੀਂ ਹੋਣਾ ਮੈਂ ਨਹੀਂ ਸੋਚ ਰਿਹਾ। ਮੈਂ ਇਸ ਗੱਲ ਨੂੰ ਵੱਡੇ ਪੱਧਰ ਤੇ ਹੋਰ ਵੀ ਅੱਛੇ ਤਰੀਕੇ ਨਾਲ ਸੋਚ ਰਿਹਾ ਕਿ ਜਿਹੜੀ ਰਵਿਦਾਸੀਆ ਕੌਮ ਸ੍ਰੀ ਗੁਰੂ ਰਵਿਦਾਸ ਜੀ ਨੂੰ ਮੰਨਦੀ ਆ, 14 ਫਰਵਰੀ ਨੂੰ ਇਲੈਕਸ਼ਨ ਹੋਣ ਕਰਕੇ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸੀ। ਲੱਖਾਂ ਲੋਕ ਪੰਜਾਬ ਤੋਂ ਕਾਸ਼ੀ ਬਨਾਰਸ ਦੀ ਧਰਤੀ ਤੇ ਮੱਥਾ ਟੇਕਣ ਸ੍ਰੀ ਗੁਰੂ ਰਵਿਦਾਸ ਜੀ ਨੂੰ ਨਮਨ ਕਰਦੇ ਆ, ਉਹਨਾਂ ਨੇ ਗੈਰ ਹਾਜ਼ਰ ਹੋ ਜਾਣਾ ਸੀ ਜੀ, ਜਿਹੜਾ ਕਿ ਲੋਕਤੰਤਰ ਲਈ ਬਹੁਤ ਘਾਤਕ ਹੈ। ਲੱਖਾਂ ਲੋਕ ਜੇ ਆਪਣੇ ਵੋਟ ਰਾਈਟ ਦਾ ਇਸਤੇਮਾਲ ਨਾ ਕਰ ਪਾਉਣ ਤਾਂ ਲੋਕਤੰਤਰ ਲਈ ਖਤਰਾ ਹੁੰਦਾ, ਘਾਤਕ ਹੁੰਦਾ ਆ। ਚੋਣ ਕਮਿਸ਼ਨ ਨੇ ਜਿਹੜਾ ਫੈਸਲਾ ਲਿਆ ਉਹਦੇ ਨਾਲ ਲੱਖਾਂ ਲੋਕ ਅੱਜ ਵੋਟ ਪੋਲ ਕਰ ਪਾਉਣਗੇ ਔਰ ਰਵਿਦਾਸੀਆ ਕੌਮ ਜਿਹੜੀ ਖਾਸ ਤੌਰ ਤੇ ਸ੍ਰੀ ਗੁਰੂ ਦਾਸ ਜੀ ਨੂੰ ਮੰਨਣ ਵਾਲੇ ਲੋਕ ਨੇ, ਉਹ ਵੀ ਇਸ ਗੱਲ ਦੇ ਲਈ ਬੜਾ ਕਿਰਤਾਰਥ ਪ੍ਰਗਟ ਕਰਨਗੇ ਚੋਣ ਕਮਿਸ਼ਨ ਦਾ ਕਿ ਉਹਨਾਂ ਨੇ ਜਿਹੜਾ ਹਜ਼ਾਰਾਂ ਸਾਲਾਂ ਤੋਂ ਬਾਅਦ ਜਿਹੜਾ ਵੋਟ ਰਾਈਟ ਮਿਲਿਆ ਸੀ ਉਹਦਾ ਇਸਤੇਮਾਲ ਕਰ ਸਕਣਗੇ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਵੈਲਕਮ ਕੀਤਾ ਜਾ ਰਿਹਾ ਹੈ ਬੀਐਸਪੀ ਪੰਜਾਬ ਦੇ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ। ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਅਪਡੇਟ ਕਰ ਦਈਏ ਜਿਹੜੇ ਹੁਣੇ ਦਰਸ਼ਕ ਸਾਡੇ ਨਾਲ ਜੁੜੇ ਨੇ। 14 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਨਹੀਂ ਪੈਣਗੀਆਂ। ਪੰਜਾਬ ਦੇ ਵਿੱਚ ਵੋਟਾਂ ਦੀ ਤਰੀਕ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। 14 ਤਰੀਕ ਦੀ ਥਾਂ ਹੁਣ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਔਰ ਇਹ ਸਾਫ਼ ਕਰ ਦਿੱਤਾ ਗਿਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ, ਜੋ ਲਗਾਤਾਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ। ਤੇ ਇਸ ਡਿਮਾਂਡ ਨੂੰ ਦੇਖਦੇ ਹੋਏ ਤਕਰੀਬਨ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਡਿਮਾਂਡ ਕੀਤੀ ਸੀ ਕਿ ਪੰਜਾਬ ਦੇ ਵਿੱਚ ਵੋਟਾਂ ਦੀ ਤਰੀਕ ਜਿਹੜੀ ਆ ਉਹ ਬਦਲ ਦਿੱਤੀ ਜਾਵੇ। ਤੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਵੋਟਾਂ ਦੀ ਤਰੀਕ ਬਦਲ ਦਿੱਤੀ ਹੈ ਔਰ ਹੁਣ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਔਰ 10 ਮਾਰਚ ਨੂੰ ਹੀ ਨਤੀਜੇ ਆਉਣਗੇ। ਯਾਨੀ ਕਿ ਜਿਹੜੇ ਨਤੀਜਿਆਂ ਵਾਲੇ ਦਿਨ ਨੇ ਉਹਨਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਹਾਲਾਂਕਿ ਵੋਟਿੰਗ ਦੇ ਵਿੱਚ ਤਬਦੀਲੀ ਜ਼ਰੂਰ ਕਰ ਦਿੱਤੀ ਗਈ ਹੈ। ਤਾਂ ਇਸ ਸਮੇਂ ਦੀ ਵੱਡੀ ਖਬਰ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਪੰਜਾਬ ਦੇ ਲੋਕਾਂ ਦੇ ਲਈ ਅਹਿਮ ਜਾਣਕਾਰੀ ਜੋ ਜਾਣਨੀ ਜ਼ਰੂਰੀ ਹੈ। ਪੰਜਾਬ ਦੇ ਵਿੱਚ ਵੋਟਾਂ ਦੀ ਤਰੀਕ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। 20 ਤਰੀਕ ਨੂੰ ਵੋਟਾਂ ਪੰਜਾਬ ਦੇ ਵਿੱਚ ਪੈਣਗੀਆਂ 20 ਫਰਵਰੀ ਨੂੰ। ਤੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਤਰੀਕ 14 ਫਰਵਰੀ ਦਾ ਦਿਨ ਸੀ ਤੇ ਹੁਣ 20 ਫਰਵਰੀ ਦਾ ਦਿਨ ਮੁਕਰਰ ਕੀਤਾ ਗਿਆ ਹੈ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਦਿਨ ਨੇ ਉਹ ਕਿਸ ਤਰੀਕੇ ਨਾਲ ਬਦਲੇ ਨੇ। ਪਹਿਲਾਂ 21 ਜਨਵਰੀ ਨੂੰ ਪੰਜਾਬ ਦੇ ਵਿੱਚ ਨੋਮੀਨੇਸ਼ਨ ਦਾ ਦੌਰ ਸ਼ੁਰੂ ਹੋਣਾ ਸੀ, ਜੋ ਕਿ ਹੁਣ ਬਦਲ ਕੇ 25 ਜਨਵਰੀ ਕਰ ਦਿੱਤਾ ਗਿਆ ਹੈ। 25 ਜਨਵਰੀ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਪਹਿਲਾਂ 28 ਜਨਵਰੀ ਤੱਕ ਭਰੀਆਂ ਜਾਣੀਆਂ ਸੀ ਨਾਮਜ਼ਦਗੀਆਂ, ਪਰ ਹੁਣ 1 ਫਰਵਰੀ ਤੱਕ ਯਾਨੀ ਅਗਲੇ ਮੰਗਲਵਾਰ ਤੋਂ 1 ਹਫ਼ਤਾ ਨਾਮਜ਼ਦਗੀਆਂ ਭਰਨ ਦੇ ਲਈ ਮਿਲੇਗਾ। ਉਸ ਤੋਂ ਬਾਅਦ ਨਾਮਜ਼ਦਗੀਆਂ ਦੀ ਸਕਰੂਟਨਿੰਗ, ਵਾਪਸ ਲੈਣ ਦੀ ਤਰੀਕ, ਫਿਰ ਸਕਰੂਟਨੀ ਦੀ ਤਾਰੀਖ ਤੇ ਉਸ ਤੋਂ ਬਾਅਦ ਫਿਰ ਵੋਟਿੰਗ ਹੋਏਗੀ 20 ਤਰੀਕ ਨੂੰ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਵੋਟਿੰਗ ਹੋਏਗੀ। ਵੋਟਿੰਗ ਹੁਣ ਐਤਵਾਰ ਦੇ ਦਿਨ ਹੋਏਗੀ। ਇਹ ਵੀ ਥੋੜੀ ਜਿਹੀ ਰਾਹਤ ਵਾਲੀ ਗੱਲ ਕਹਿ ਸਕਦੇ ਹੋ ਕਿਉਂਕਿ ਜ਼ਿਆਦਾਤਰ ਅਦਾਰੇ ਬੰਦ ਹੁੰਦੇ ਨੇ, ਹਾਲਾਂਕਿ ਉਸ ਦਿਨ ਛੁੱਟੀ ਕਰ ਦਿੱਤੀ ਜਾਂਦੀ ਹੈ ਸਰਕਾਰੀ ਅਦਾਰਿਆਂ ਦੇ ਵਿੱਚ ਖਾਸ ਤੌਰ ਤੇ, ਪਰ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਵੀ ਬੰਦ ਜ਼ਿਆਦਾਤਰ ਰਹਿੰਦੇ ਨੇ ਐਤਵਾਰ ਦੇ ਦਿਨ ਔਰ ਕਈ ਬਾਜ਼ਾਰ ਦੁਕਾਨਾਂ ਵੀ ਬੰਦ ਰਹਿੰਦੀਆਂ ਨੇ। ਇਸ ਕਰਕੇ ਵੋਟਿੰਗ ਪਰਸੈਂਟੇਜ ਦੇ ਵਿੱਚ ਵੀ ਇਸ ਦਾ ਅਸਰ ਨਜ਼ਰ ਆ ਸਕਦਾ ਹੈ। ਜੇ ਐਤਵਾਰ ਦੇ ਦਿਨ ਵੋਟਿੰਗ ਹੋਵੇਗੀ, ਉਹ ਚਾਹੇ ਬਹੁਤ ਮਾਮੂਲੀ ਨਜ਼ਰ ਆਵੇ, ਪਰ ਹੋ ਸਕਦਾ ਹੈ ਕਿ ਵੋਟਿੰਗ ਪਰਸੈਂਟੇਜ ਦੇ ਵਿੱਚ ਵੀ ਐਤਵਾਰ ਦੇ ਦਿਨ ਦੀ ਵਜ੍ਹਾ ਦੇ ਨਾਲ ਥੋੜਾ ਜਿਹਾ ਅਸਰ ਨਜ਼ਰ ਆਵੇ ਕਿ ਵੱਧ ਤੋਂ ਵੱਧ ਲੋਕ ਨਿਕਲਣ ਵੋਟਾਂ ਪਾਉਣ ਦੇ ਲਈ।
ਤਾਂ 25 ਤਰੀਕ ਤੋਂ ਨਾਮਜ਼ਦਗੀਆਂ, 1 ਫਰਵਰੀ ਨੂੰ ਨਾਮਜ਼ਦਗੀਆਂ ਦੀ ਆਖਰੀ ਤਰੀਕ ਬਦਲੀ ਗਈ ਹੈ। ਪੰਜਾਬ ਦੇ ਵਿੱਚ VOTING ਦੀ ਤਾਰੀਖ, ਵੱਡੀ ਖਬਰ ਹੈ ਇਸ ਸਮੇਂ ਦੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਹੁਣ 10 ਮਾਰਚ ਨੂੰ ਹੀ ਨਤੀਜੇ ਐਲਾਨੇ ਜਾਣਗੇ। ਨਤੀਜੇ ਐਲਾਨਣ ਵਾਲੀ ਤਰੀਕ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਕਿਉਂਕਿ ਉਸ ਨੂੰ ਲੈ ਕੇ ਕੋਈ ਵੀ ਜਿਹੜੇ ਕਿੰਤੂ ਪਰੰਤੂ ਨਹੀਂ ਸੀ। 10 ਮਾਰਚ ਨੂੰ ਐਲਾਨੇ ਸੀ ਨਤੀਜੇ, ਔਰ 5 ਸੂਬਿਆਂ ਦੇ ਇਕੱਠੇ ਨਤੀਜੇ ਐਲਾਨੇ ਜਾਣੇ ਨੇ, ਤੇ ਇਸ ਕਰਕੇ 10 ਮਾਰਚ ਨੂੰ ਹੀ ਇੱਕ ਵਾਰ ਫਿਰ ਤੋਂ ਨਤੀਜੇ ਐਲਾਨੇ ਜਾਣਗੇ। ਤਾਂ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਅਪਡੇਟ ਕਰ ਦਈਏ ਕਿ ਜਿਸ ਤਰੀਕੇ ਨਾਲ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਵੋਟਾਂ ਦੀਆਂ ਤਰੀਕਾਂ ਬਦਲੀਆਂ ਜਾਣ, ਤਾਂ ਪੰਜਾਬ ਦੇ ਵਿੱਚ VOTING ਤਰੀਕ ਬਦਲ ਦਿੱਤੀ ਗਈ ਹੈ। 14 ਫਰਵਰੀ ਦੀ ਥਾਂ ਹੁਣ 20 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ, ਔਰ ਇਸ ਤੋਂ ਪਹਿਲਾਂ ਜਿਹੜੀ VOTING ਦੀ ਤਰੀਕ ਬਦਲੀ ਗਈ ਹੈ ਉਸ ਦੇ ਪਿੱਛੇ ਵਜ੍ਹਾ ਗੁਰੂ ਰਵਿਦਾਸ ਜੀ ਦੀ ਜਯੰਤੀ ਨੂੰ ਦੱਸਿਆ ਜਾ ਰਿਹਾ, ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ।